गुरु वाहिगुरु वाहिगुरु साहिब जी। वाहिगुरु वाहिगुरु गौड़ी एक जोत के का मिले किंबा होए मोए जित घट नाम न उपजै फूट मरै जन सोए। सावल सुंदर रामैया मेरा मन लगा तोहे रहा। साध मिलै सिद्ध पाइया के हो जोग के भोग। दोह मिल कारज उपजै राम नाम संजोग। लोग जाने हो गीत एतो ब्रह्म विचार। जो काशी उपदेश होए मानस मरती बार। कोई गावे को सुने हर नमा चित लाए। कहो कबीर संसार नहीं अंत परम गत पाए। कहो कबीर संसार नहीं अंत परम गत पाए। कबीर मेरी सिमरनी रसना ऊपर राम। आद जुगाद सगल भगत ताको सुख विश्राम। ज़हरा ज़हूर हाजरा हजूर सर्व कला भरपूर। लोक परलोक दे रखियक भगत वशल ज्ञान दे सागर। सतगुरां दा स्वरूप भगतां प्यारियां भट्टां सिखां गुरुआं दी बाणी जोत। समर्थ गुरु ज्ञान दे सागर प्रतख महाराज धन धन श्री गुरु ग्रंथ साहिब जी महाराज सतगुरु जी की पावन पवित्र हजूरी गोद दे विच गुर शब्द दे नाल जुड़ बैठे हाँ। गुरु प्यारी साध संगत जी धनता दे योग वडभागे हो। असी सारे ही वडभागे हाँ। गुरु साहब ने कृपा की है। जीवन दे रहिंदे सवास लेखे विच लाउण दा सुभागा समा प्राप्त होए। सो गुरु साहब मेहर करन ये समा बिल्कुल ही भागा वाला बन जाए, सुभागा बन जाए।
ਜੇ ਸਾਡਾ ਚਿੱਤ ਜਿਹੜਾ ਹੈ ਗੁਰ ਸ਼ਬਦ ਦੇ ਨਾਲ ਜੁੜ ਜਾਏ ਤਾਂ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਉਸ ਦੇ ਚਰਨਾਂ ਨਾਲ ਭਾਵ ਸ਼ਬਦ ਦੇ ਨਾਲ ਮਨ ਜੁੜ ਜਾਏ, ਟਿਕ ਜਾਏ ਤਾਂ। ਜੇ ਮਨ ਨਾ ਟਿਕੇ ਤੇ ਫਿਰ ਲਾਹਾ ਨਹੀਂ ਮਿਲਦਾ, ਫਿਰ ਲਾਹਾ ਪ੍ਰਾਪਤ ਨਹੀਂ ਹੁੰਦਾ। ਸੋ ਇਸ ਲਈ ਗੁਰੂ ਸਾਹਿਬ ਜੀ ਮਿਹਰ ਕਰਨ ਸਾਨੂੰ ਆਪਣੀ ਗੋਦ ਵਿੱਚ ਬਿਠਾਇਆ ਔਰ ਹੁਣ ਸਾਨੂੰ ਇਕਾਗਰਤਾ ਬਖਸ਼ਣ, ਧਿਆਨ ਬਖਸ਼ਣ ਔਰ ਅਸੀਂ ਕੁਝ ਨਾ ਕੁਝ ਜਿਹੜੀ ਹੈ ਨਾਮ ਰੂਪੀ ਵਸਤੂ ਜਿਹੜੀ ਹੈ ਉਹ ਆਪਣੇ ਹਿਰਦੇ ਰੂਪੀ ਧਰਤੀ ਦੇ ਵਿੱਚ ਬੀਜ ਸਕੀਏ। ਸੋ ਬੀਜ ਬੀਜਣ ਦੇ ਲਈ ਬੜੀ ਵਾਰ ਸੁਣਿਆ ਸਾਨੂੰ ਹੱਲ ਚਲਾਉਣਾ ਪੈਂਦਾ ਤੇ ਫਿਰ ਸੁਹਾਗਾ ਮਾਰਨਾ ਪੈਂਦਾ। ਜਿਸ ਨੂੰ ਬਾਣੀ ਦੀਆਂ ਪੰਕਤੀਆਂ ਇੰਝ ਦੱਸਦੀਆਂ ਹਨ, ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਮਨ, ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ। ਇਸ ਲਈ ਸਾਨੂੰ ਇਸ ਤਰ੍ਹਾਂ ਦਾ ਤਰੀਕਾ ਅਪਣਾਉਣਾ ਪਏਗਾ ਤਾਂ ਜੋ ਬੰਜਰ ਹੋਈ ਹਿਰਦੇ ਰੂਪੀ ਧਰਤੀ ਆਬਾਦ ਹੋ ਜਾਏ। ਗੁਰ ਵਨ ਤਿਨ ਹਰਿਆ ਕੀਤਿਆਂ ਨਾਨਕਾ, ਕਿਆ ਮਨੁੱਖ ਨਾਨਕ ਨਾਮੈ ਸਭ ਹਰਿਆਵਲੀ। ਗੁਰ ਕੈ ਸ਼ਬਦ ਵਿਚਾਰ, ਹਉ ਤਿਨ ਕੈ ਬਲਿਹਾਰ ਨੇ, ਜਿਨੀ ਸੱਚ ਰੱਖਿਆ ਔਰ ਧਾਰ। ਸੋ ਨਾਮ ਜੋ ਹੈ, ਸ਼ਬਦ ਜੋ ਹੈ, ਇਹ ਹਮੇਸ਼ਾ ਹੀ ਸਾਨੂੰ ਹਰਿਆ ਭਰਿਆ ਰੱਖਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਸ਼ੱਕ ਨਹੀਂ। ਇਸ ਕਰਕੇ ਅਸੀਂ ਸ਼ਬਦ ਗੁਰੂ ਦੇ ਚਰਨਾਂ ਵਿੱਚ ਆਉਂਦੇ ਹਾਂ, ਸ਼ਬਦ ਦੀ ਟੇਕ, ਸ਼ਬਦ ਦਾ ਆਸਰਾ ਤੇ ਸ਼ਬਦ ਸੁਰਤ ਦੇ ਸੁਮੇਲ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਸੋ ਗੁਰੂ ਸਾਹਿਬ ਮਿਹਰ ਕਰਨ ਸਾਡਾ ਸ਼ਬਦ ਦਾ ਸੁਰਤ ਦਾ ਮੇਲ ਹੋ ਜਾਏ, ਮਿਲਾਪ ਹੋ ਜਾਏ ਤਾਂ ਅਸੀਂ ਲਾਹਾ ਲੈ ਸਕਦੇ ਹਾਂ, ਨਹੀਂ ਤੇ ਨਹੀਂ ਲੈ ਸਕਦੇ। ਆਓ ਭਗਤ ਕਬੀਰ ਜੀ ਦਾ ਜੋ ਸ਼ਬਦ ਹੈ ਅੱਜ ਦਾ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 335 ਦੇ ਉੱਪਰ ਇਹ ਸ਼ਬਦ ਅੰਕਿਤ ਹੈ ਔਰ ਗੌੜੀ ਰਾਗ ਦੇ ਵਿੱਚ ਇਹ ਸ਼ਬਦ। ਸੋ ਸ਼ਬਦ ਦੀਆਂ ਪੰਕਤੀਆਂ ਆਪ ਜੀ ਨੇ ਸਰਵਣ ਕਰ ਲਈਆਂ ਹਨ। ਸੋ ਪਹਿਲੀ ਪੰਕਤੀ ਹੈ ਗੌੜੀ, ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ। ਪਰਮਾਤਮਾ ਨੂੰ ਵੀ ਜੋਤ ਕਹਿੰਦੇ ਨੇ ਤੇ ਸਾਨੂੰ ਵੀ ਜੋਤ ਕਹਿੰਦੇ। ਧਿਆਨ ਦੇਣਾ, ਪਰਮਾਤਮਾ ਨੂੰ ਵੀ ਇੱਕ ਕਹਿੰਦੇ ਹਾਂ ਤੇ ਸਾਨੂੰ ਵੀ ਇੱਕ ਕਿਹਾ ਜਾਂਦਾ ਹੈ। ਅੰਤ ਕੋ ਫਿਰ ਏਕ ਹੈ ਕਿਹਾ ਜਾਂਦਾ ਹੈ। ਏਕ ਪਿਤਾ ਏਕ ਸਕੇ ਹਮ ਬਾਰਕ ਕਿਹਾ ਜਾਂਦਾ ਹੈ। ਸਭਨਾ ਜੀਆਂ ਕਾ ਇੱਕ ਦਾਤਾ ਕਿਹਾ ਜਾਂਦਾ ਹੈ। ਮੇਰੇ ਮਨ ਏਕਸ ਸਿਉ ਚਿਤ ਲਾਏ ਕਿਹਾ ਜਾਂਦਾ ਹੈ। ਇੱਕੋ ਦਾਤਾ ਬਾਣੀ ਵਿੱਚ ਕਿਹਾ ਜਾਂਦਾ ਹੈ। ਸੋ ਬਾਣੀ ਦੇ ਵਿੱਚ ਲਿਖਿਆ ਹੈ ਬਈ ਇਹ ਜਿਹੜੀ ਸਾਡੀ ਜੋਤ ਹੈ ਇਹ ਉਸ ਪਰਮਾਤਮਾ ਦੇ ਨਾਲ ਇੱਕ ਦਿਨ ਮਿਲਦੀ ਹੈ ਜਾਂ ਜੁੜਦੀ ਹੈ ਜਾਂ ਬੰਦੇ ਦੀ ਅੰਤਰ ਆਤਮਾ ਅਭੇਦ ਹੁੰਦੀ ਹੈ। ਸੋ ਅਭੇਦ ਉਸਦੀ ਹੁੰਦੀ ਹੈ ਜਿਹੜਾ ਜੁੜ ਜਾਂਦਾ ਹੈ। ਧਿਆਨ ਦੇਣਾ, ਇੱਕ ਲੰਬੀ ਤਾਰ ਹੈ 2-3 ਫੁੱਟ ਦੀ, ਉਹਨੂੰ ਵਿੱਚੋਂ ਪਲਾਸ ਨਾਲ ਕਟਰ ਨਾਲ ਕੱਟ ਦਿੱਤਾ ਤੇ ਉਸ ਨੂੰ ਕੋਈ ਸ਼ੂ ਲਾ ਕੇ ਉਸ ਨੂੰ ਔਨ ਕਰ ਦਿਓ ਤੇ ਉਹ ਜਿੱਥੋਂ ਤਾਰ ਕੱਟੀ ਹੋਏਗੀ ਉੱਥੇ ਤੱਕ ਕਰੰਟ ਹੋਏਗਾ, ਅੱਗੇ ਨਹੀਂ ਜਾਏਗਾ। ਜੇ ਦੂਸਰੀ ਤਾਰ ਲੱਗੀ ਹੋਈ ਹੈ, ਇੱਕ ਤਾਰ ਕੱਟੀ ਹੋਈ ਹੈ ਤੇ ਕਰੰਟ ਜਿਹੜਾ ਉਹ ਅੱਗੇ ਤੱਕ ਨਹੀਂ ਜਾਂਦਾ, ਰਾਹ ਵਿੱਚ ਰਹਿ ਜਾਂਦਾ। ਤੇ ਜਦੋਂ ਤਾਰ ਜਿਹੜੀ ਕੱਟੀ ਹੋਈ ਹੈ ਉਸ ਨੂੰ ਅਸੀਂ ਛਿੱਲ ਕੇ ਜੋੜ ਦਿੰਦੇ ਹਾਂ, ਉਹਨੂੰ ਟੇਪ ਕਰ ਦਿੰਦੇ ਹਾਂ, ਅੱਗੇ ਕਰੰਟ
ਜਾਣ ਲੱਗ ਪੈਂਦਾ। ਸੋ ਮਹਾਰਾਜ ਜੀ ਵੀ ਇਸ ਤਰ੍ਹਾਂ ਹੀ ਸਾਨੂੰ ਸਮਝਾ ਰਹੇ ਨੇ ਕਬੀਰ ਜੀ ਮਹਾਰਾਜ। ਕਹਿੰਦੇ ਜਦੋਂ ਗੁਰੂ ਦੀ ਸਤਿਗੁਰ ਦੀ ਸ਼ਬਦ ਦੀ ਬਰਕਤ ਦੇ ਨਾਲ ਮਨੁੱਖ ਦੀ ਸੁਰਤ ਜਦੋਂ ਤੱਕ ਟੁੱਟੀ ਰਹਿੰਦੀ ਹੈ ਉਦੋਂ ਤੱਕ ਹਨੇਰਾ ਰਹਿੰਦਾ ਹੈ। ਜਦੋਂ ਤੱਕ ਤਾਰ ਟੁੱਟੀ ਹੋਈ ਹੈ, ਚਾਹੇ ਸਾਡੀ ਗਲੀ ਦੇ ਵਿੱਚੋਂ ਬਿਜਲੀ ਦੀ ਤਾਰ ਟੁੱਟ ਜਾਏ, ਚਾਹੇ ਘਰ ਕੋਈ ਅਸੀਂ ਚੀਜ਼ ਚਲਾਈ ਉਹ ਤਾਰ ਸਪਾਰਕ ਹੋ ਕੇ ਟੁੱਟ ਜਾਏ, ਕੱਟੀ ਜਾਏ, ਤੇ ਅੱਗੇ ਨਾ ਕੋਈ ਬਲਬ ਚੱਲਦਾ, ਨਾ ਪੱਖਾ, ਨਾ ਕੁਛ, ਉਸ ਨੂੰ ਦੁਬਾਰਾ ਜੋੜਨਾ ਪੈਂਦਾ ਨੁਕਸ ਲੱਭ ਕੇ। ਤੇ ਭਗਤ ਕਬੀਰ ਜੀ ਵੀ ਹੁਣ ਸਾਨੂੰ ਦੱਸ ਰਹੇ ਨਾ, ਸੌਖੀ ਸਮਝ ਲੱਗਦੀ ਹੈ ਪ੍ਰਮਾਣਾਂ ਦੇ ਨਾਲ, ਵੀ ਜਿਸ ਦੀ ਸੁਰਤ ਵੀ ਟੁੱਟੀ ਹੋਈ ਹੈ ਪਰਮ ਪਿਤਾ ਪਰਮਾਤਮਾ ਮਤਲਬ ਸ਼ਬਦ ਦੇ ਨਾਲ, ਉਹਦੇ ਅੰਦਰ ਧਿਆਨ ਦੇਣਾ। ਕਿਸੇ ਤਰ੍ਹਾਂ ਦੀ ਕੋਈ ਵੀ ਤਾਕਤ ਬਖਸ਼ਿਸ਼ ਨਹੀਂ ਜਾਣੀ, ਤੇ ਨਾ ਹੀ ਉਸਨੇ ਸਤਸੰਗ ਜੀ ਪ੍ਰਕਾਸ਼ ਦੇ ਘਰ ਦੇ ਵਿੱਚ ਜਾਣਾ, ਉਹਨੂੰ ਕੁਛ ਦਿਖਾਈ ਨਹੀਂ ਦੇਣਾ। ਜਦ ਲਾਈਟ ਨਹੀਂ, ਜਦ ਪਿੱਛੋਂ ਕਰੰਟ ਹੀ ਨਹੀਂ, ਅੱਖੀਆਂ ਨੂੰ ਕੀ ਕਰਨਾ ਜੇ ਪਿੱਛੋਂ ਲਾਈਟ ਹੀ ਬੰਦ ਹੋ ਜਾਏ। ਕਈਆਂ ਦੀਆਂ ਅੱਖਾਂ ਜਿਹੜੀਆਂ ਨੇ ਬਿਲਕੁਲ ਸਹੀ ਸਲਾਮਤ ਦਿਸਦੀਆਂ, ਪਰ ਉਹ ਕਹਿੰਦੇ ਦਿਸਦਾ ਨਹੀਂ ਕੁਛ। ਕਿਉਂ ਨਹੀਂ ਦਿਸਦਾ? ਡਾਕਟਰ ਸਾਹਿਬ ਨੇ ਜਵਾਬ ਦਿੱਤਾ, ਪਿੱਛੋਂ ਲਾਈਟ ਹੈ ਨਹੀਂ, ਪਿੱਛੋਂ ਨਹੀਂ ਲਾਈਟ। ਸਾਡੀਆਂ ਇੰਨੀਆਂ ਲਾਈਟਾਂ ਜਗਦੀਆਂ ਨੇ, ਆ ਜਿਹੜੇ ਸਾਡੇ 66 kV ਜਾਂ ਹੋਰ kV ਲੱਗੇ ਨੇ, ਬੰਦ ਹੋ ਜਾਣਾ ਤੇ ਸਭ ਸਾਡੇ ਏਸੀ ਉਸੇ ਜ਼ੀਰੋ ਨੇ, ਮਿੱਟੀ ਹੈ, ਖਾਕ ਹੈ, ਭਾਵੇਂ ਮਹਿੰਗੇ ਬਲਬ ਕਿਉਂ ਨਾ ਹੋਣ। ਜੇ ਪਿੱਛੋਂ ਬਿਜਲੀ ਆਵੇ ਨਾ, ਪਿੱਛੋਂ ਰੋਸ਼ਨੀ ਆਵੇ ਨਾ, ਅੱਖਾਂ ਨੂੰ ਕੀ ਕਰਨਾ? ਧਿਆਨ ਦੇਣਾ। ਜੇ ਅੰਦਰ ਸੁਖ ਆਵੇ ਨਾ, ਅੰਦਰ ਆਨੰਦ ਆਵੇ ਨਾ, ਅੰਦਰ ਸ਼ਾਂਤੀ ਆਵੇ ਨਾ, ਅੰਦਰ ਪ੍ਰੇਮ ਆਵੇ ਨਾ, ਅੰਦਰ ਮਿੱਤਰਤਾ ਆਵੇ ਨਾ, ਅੰਦਰ ਮਿਠਾਸ ਆਵੇ ਨਾ, ਅੰਦਰ ਪ੍ਰੇਮ ਭਾਵਨਾ ਆਵੇ ਨਾ, ਤੇ ਫਿਰ ਮੇਰੀ ਬਾਣੀ ਸੁਣਾਈ, ਕਿਸੇ ਦੀ ਸੁਣੀ, ਕਿਸੇ ਦੀ ਸੇਵਾ, ਕਿਸੇ ਦਾ ਦਾਨ, ਕਿਸੇ ਦਾ ਪੁੰਨ, ਉਹ ਕਿਸ ਅਰਥ ਹੋਇਆ ਹੈ? ਜੇ ਕੁਛ ਤਬਦੀਲੀ ਨਾ ਆਈ, ਮੇਰੇ ਕੀਤੇ ਪੁੰਨ ਦਾ ਮੈਨੂੰ ਫਲ ਨਾ ਮਿਲਿਆ, ਮੇਰੀ ਪੜ੍ਹੀ ਸੁਣੀ ਜਾਂ ਸੁਣਾਈ ਬਾਣੀ ਦਾ ਮੈਨੂੰ ਕੋਈ ਫਲ ਹੀ ਨਾ ਮਿਲਿਆ, ਇਹਦਾ ਮਤਲਬ ਤਾਰ ਕਿਧਰੋਂ ਨਾ ਕਿਧਰੋਂ ਟੁੱਟੀ ਪਈ ਹੈ, ਜਿਸ ਕਰਕੇ ਮੈਨੂੰ ਲਾਭ ਨਹੀਂ ਮਿਲ ਰਿਹਾ। ਅਸੀਂ ਕਿੰਨੇ ਚੈੱਕ ਕਰ ਵੀ ਪਿੱਛੋਂ ਤੇ ਬਿਜਲੀ ਹੈ, ਮੀਟਰ ਦੇ ਵਿੱਚ ਵੀ ਬਿਜਲੀ ਆਉਂਦੀ ਹੈ। ਦੇਖੋ ਅਸੀਂ ਸਾਡੀ ਸੁਰਤੀ ਬਿਰਤੀ ਬਿਲਕੁਲ ਸਹੀ ਹੈ, ਤਾਂ ਹੀ ਇੱਥੇ ਬੈਠੇ ਹਾਂ। ਜਿਨ੍ਹਾਂ ਦੀ ਸੁਰਤੀ ਬਿਰਤੀ ਸਹੀ ਨਹੀਂ, ਉਹ ਨਹੀਂ ਧਾਰਮਿਕ ਸਥਾਨ ਤੇ ਜਾਂਦੇ। ਜਿਨ੍ਹਾਂ ਦੀ ਪੁੱਠੀ ਸੁਰਤ ਹੈ ਨਾ, ਉਹ ਪੁੱਠੇ ਪਾਸੇ ਜਾਂਦੇ ਨੇ। ਇਹਦਾ ਮਤਲਬ ਸਾਡੀ ਸੁਰਤੀ ਬਿਰਤੀ ਸਹੀ ਹੈ, ਤਾਂ ਜੋ ਅਸੀਂ ਸ਼ਬਦ ਦੇ ਨਾਲ ਜੁੜਨ ਵਾਸਤੇ ਗੁਰੂ ਦੀ ਗੋਦ ਵਿੱਚ ਬੈਠੇ ਹਾਂ। ਸੋ ਇਸ ਕਰਕੇ ਆਪਣੀ ਸੁਰਤ ਨੂੰ, ਮਤਲਬ ਕੱਲ ਵੀ ਅਸੀਂ ਪੜ੍ਹਿਆ ਸੀ, ਧਿਆਨ ਚਿੱਤ, ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਨਾ, ਕਿਸੇ ਹੋਰ ਪਾਸੇ ਬਿਲਕੁਲ ਵੀ ਜੋੜਨਾ ਨਹੀਂ। ਧਿਆਨ ਸਿਰਫ ਸ਼ਬਦ ਦੇ ਵੱਲ ਜਾਣਾ ਚਾਹੀਦਾ। ਜਦੋਂ ਸਾਡਾ ਧਿਆਨ ਸ਼ਬਦ ਦੇ ਨਾਲੋਂ ਟੁੱਟ ਜਾਏਗਾ, ਮੇਰਾ ਧਿਆਨ ਕਿਸੇ ਨੂੰ ਦੇਖ ਕੇ ਉਹਦੇ ਵੱਲ ਲੱਗ ਜਾਏਗਾ, ਜਾਂ ਕੋਈ ਚੀਜ਼ ਬਾਰੇ ਮੈਂ ਸੋਚਣ ਲੱਗ ਪਵਾਂਗਾ, ਮੇਰਾ ਰਸ ਖਰਾਬ ਹੋ ਜਾਏਗਾ, ਇਕਾਗਰਤਾ ਨਹੀਂ ਬਣੇਗੀ, ਤੇ ਨਾ ਸੁਣਨ ਵਾਲੇ ਨੂੰ ਤੇ ਨਾ ਸੁਣਾਉਣ ਵਾਲੇ ਨੂੰ ਆਨੰਦ ਆਏਗਾ। ਇਸ ਲਈ ਸੁਰਤ ਨੂੰ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ, ਸ਼ਬਦ ਦੇ ਨਾਲ, ਸ਼ਬਦ ਸੁਰਤ ਦਾ ਸੁਮੇਲ ਲਿਖਿਆ ਬਾਣੀ ਦੇ ਵਿੱਚ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਮਹਾਰਾਜ ਜੀ ਨੇ ਬਾਣੀ ਦੇ ਵਿੱਚ ਸਾਨੂੰ ਦੱਸਿਆ। ਇਸ ਲਈ ਸਾਡੀ ਸਾਰਿਆਂ ਦਾ ਧਿਆਨ ਸੁਰਤ, ਕੇਵਲ ਤੇ ਕੇਵਲ ਸ਼ਬਦ ਦੇ ਵਿੱਚ ਹੀ ਲੱਗਣੀ ਚਾਹੀਦੀ ਹੈ। ਹੋਰ ਕੋਈ ਵੀ ਚੀਜ਼ ਕਿਸੇ ਦੀ ਅੱਖੀਆਂ ਸਾਹਮਣੇ, ਸਾਡੇ ਜ਼ਿਹਨ ਦੇ ਵਿੱਚ, ਕਲਪਨਾ ਦੇ ਵਿੱਚ ਨਹੀਂ ਆਉਣੀ ਚਾਹੀਦੀ। ਹੋਰ ਕੋਈ ਵੀ ਚੀਜ਼ ਨਹੀਂ ਆਉਣੀ ਚਾਹੀਦੀ ਜਿਹਨੂੰ ਦੁਨਿਆਵੀ ਕਹਿੰਦੇ। ਇਸ ਵੇਲੇ ਗੁਰਮਤਿ ਦੀ ਕਲਾਸ, ਇਸ ਨੂੰ ਗੁਰਮਤਿ ਦੀ ਕਲਾਸ ਕਹਿੰਦੇ ਨੇ। ਪੰਜਾਬੀ ਦੇ ਪੀਰੀਅਡ ਵਿੱਚ ਪੰਜਾਬੀ ਪੜ੍ਹੀ ਜਾਣੀ ਚਾਹੀਦੀ। ਅੰਗਰੇਜ਼ੀ ਦੀ ਕਿਤਾਬ ਚੁੱਕੋ ਤੇ ਪੰਜਾਬੀ ਦਾ ਟੀਚਰ ਕੁੱਟਦਾ। ਧਿਆਨ ਦੇਣਾ।
ਅੰਗਰੇਜ਼ੀ ਦੇ ਪੀੜ ਦੇ ਵਿੱਚ ਪੰਜਾਬੀ ਪੜ੍ਹੀ ਜਾਏ ਤੇ ਅੰਗਰੇਜ਼ੀ ਦਾ ਟੀਚਰ ਕੁੱਟੇਗਾ, ਪੰਜਾਬੀ ਦੇ ਪੀੜ ਅੰਗਰੇਜ਼ੀ ਦੀ ਕਿਤਾਬ ਚੁੱਕੀ ਜਾਏ ਤੇ ਪੰਜਾਬੀ ਦਾ ਟੀਚਰ ਝਿੜਕੇਗਾ। ਉਹ ਆਖੇਗਾ ਵੀ ਜਿਸ ਭਾਸ਼ਾ ਦਾ ਪੀਰੀਅਡ ਲੱਗਿਆ ਹੋਇਆ ਸਬਜੈਕਟ ਦਾ, ਇਸ ਵੇਲੇ ਤੋਂ ਉਹੀ ਪੜ੍ਹ। ਸੋ ਇਸ ਕਰਕੇ ਸਾਧ ਸੰਗਤ ਜੀ, ਜਦੋਂ ਗੁਰੂ ਦੀ ਸੰਗਤ ਹੁੰਦੀ ਹੈ, ਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਬਹਿੰਦੇ ਹਾਂ ਤੇ ਇਸ ਵੇਲੇ ਨੂੰ ਕਹਿੰਦੇ ਨੇ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ। 24 ਘੰਟੇ 8 ਪੈਰ ਦੇ ਵਿੱਚੋਂ ਕੋਈ ਵੀ ਵੇਲਾ ਹੋਵੇ, ਜਦੋਂ ਅਸੀਂ ਮਹਾਰਾਜ ਜੀ ਦੇ ਦਰਸ਼ਨ ਜਦੋਂ ਵੀ ਕਰੀਏ, ਉਸ ਨੂੰ ਵੈਸੇ ਅਸੀਂ ਅੰਮ੍ਰਿਤ ਵੇਲਾ ਵੀ ਕਹਿ ਸਕਦੇ ਹਾਂ। ਸੋ ਉਹ ਵੇਲੇ ਨੂੰ ਕਿਹਾ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ। ਸੋ ਕਬੀਰ ਜੀ ਦੀ ਪੰਕਤੀ ਆਰੰਭ ਹੋਈ ਹੈ, ਬੜਾ ਪਿਆਰਾ ਉਹਦੇ ਵਿੱਚੋਂ ਪ੍ਰਮਾਣ ਆਇਆ। ਕਹਿੰਦੇ ਵੀ ਪ੍ਰਮਾਤਮਾ ਇੱਕ ਬਹੁਤ ਵੱਡੀ ਹਸਤੀ ਹੈ, ਬਹੁਤ ਵੱਡੀ ਹਸਤੀ ਹੈ ਤੇ ਅਸੀਂ ਉਸ ਹਸਤੀ ਦੇ ਵਿੱਚ ਜਿਹੜਾ ਉਹ ਲੀਨ ਹੋਣਾ, ਉਹਦੇ ਵਿੱਚ ਅਭੇਦ ਹੋਣਾ। ਜਦੋਂ ਸ਼ਬਦ ਦੇ ਨਾਲ ਇਨਸਾਨ ਜੁੜਨ ਦੀ ਕੋਸ਼ਿਸ਼ ਕਰਦਾ, ਪਹਿਲਾਂ ਨਹੀਂ ਪਤਾ ਲੱਗਦਾ ਵੀ ਕੀ ਬਣਦਾ। ਜਦ ਅਭਿਆਸ ਹੋ ਜਾਂਦਾ, ਮਨੁੱਖ ਦਾ ਤਜਰਬਾ ਹੋ ਜਾਂਦਾ, ਫਿਰ ਸ਼ਬਦ ਸੁਰਤ ਜੋ ਚੀਜ਼ ਕਰਦੀ ਹੈ ਉਸ ਦਾ ਸਾਨੂੰ ਹੌਲੀ ਹੌਲੀ ਮਾਲੂਮ ਜਾਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸੋ ਜਦੋਂ ਇਹ ਸਾਡੀ ਅੰਤਰ ਆਤਮਕ ਜੋਤ, ਪਰਮ ਪਿਤਾ ਜੋਤ, ਮਤਲਬ ਸ਼ਬਦ ਨੂੰ ਜੋਤ ਕਹਿੰਦੇ ਨੇ। ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਕਾਇਆ ਨੂੰ ਵੀ ਬਾਣੀ ਵਿੱਚ ਅੰਮ੍ਰਿਤਸਰ ਲਿਖਿਆ ਹੋਇਆ ਹੈ। ਸੋ ਅੰਦਰ ਦੀ ਜੋਤ, ਜਾਂ ਹੋਰ ਸੌਖੀ ਉਦਾਹਰਨ ਲੈ ਲੈਂਦੇ ਆ, ਸਮਝ ਲੱਗ ਜਾਂਦੀ ਹੈ। ਦੀਵਾ ਜਗਦਾ ਹੋਵੇ, ਇੱਕ ਦੀਵੇ ਜਗਦੇ ਦੇ ਨਾਲ ਭਾਵੇਂ ਕੋਈ ਲੱਖਾਂ ਤੇ ਕਰੋੜਾਂ ਦੀਵੇ ਜਗਾ ਲਓ। ਜੇ ਦੀਵਾ ਬੁਝਿਆ ਹੋਵੇ ਤੇ ਇੱਕ ਵੀ ਨਹੀਂ ਜਗਦਾ। ਬੁਝੇ ਦੀਵੇ ਦੇ ਨਾਲ ਕੋਈ ਦੀਵਾ ਥੋੜ੍ਹਾ ਜਗੇਗਾ। ਜੇ ਕੋਈ ਦੀਵਾ ਜਗਿਆ ਹੋਏਗਾ, ਉਹਦੇ ਨਾਲ ਲੱਖਾਂ ਕਰੋੜਾਂ ਦੀਵੇ ਵੀ ਜਗਾ ਸਕਦੇ ਹਾਂ। ਪਰਮਾਤਮਾ ਇੱਕ ਪ੍ਰਕਾਸ਼ਮਾਨ ਰੂਪ, ਸ਼ਬਦ ਦੇ ਰੂਪ ਦੇ ਵਿੱਚ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹੈ। ਅਸੀਂ ਇਸ ਜੋਤ ਦੇ ਨਾਲ ਟੱਚ ਹੋਣਾ, ਕਿਉਂਕਿ ਸਾਡੀ ਆਤਮਾ ਜਿਹੜੀ ਹੈ ਇਹਦੀ ਅੰਸ਼ ਹੈ ਉਸ ਜੋਤ। ਅਸੀਂ ਉਸ ਨਾਲ ਜਦੋਂ ਟੱਚ ਹੋ ਗਏ ਪ੍ਰੋਪਰ ਤਰੀਕੇ ਦੇ ਨਾਲ, ਤੇ ਫਿਰ ਮਹਾਰਾਜ ਜੀ ਕਹਿੰਦੇ ਸਮੈ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਮੈ ਚਾਨਣ ਹੋਏ। ਫਿਰ ਪ੍ਰਮਾਤਮਾ ਦੇ ਸ਼ਬਦ ਦੇ ਨਾਲ ਜਦੋਂ ਸਾਡੀ ਸੁਰਤ ਜੁੜਦੀ ਹੈ ਤੇ ਸਾਨੂੰ ਗਿਆਨ ਦਾ ਪ੍ਰਕਾਸ਼ ਮਿਲਦਾ, ਸਾਨੂੰ ਸੋਝੀ ਮਿਲਦੀ। ਕਿਸੇ ਨੂੰ ਸੋਝੀ ਆ ਜਾਣੀ ਇਹਨੂੰ ਜੋਤ ਜਗਾਉਣੀ ਕਹਿੰਦੇ ਨੇ, ਜੋਤ ਜਗਣਾ ਕਹਿੰਦੇ ਨੇ। ਜਿਹਨੂੰ ਸਾਰੀ ਜ਼ਿੰਦਗੀ ਸ਼ਬਦ ਸੁਣ ਕੇ ਨੇਮ ਪ੍ਰੇਮ ਕਰਕੇ ਜੇ ਸੋਝੀ ਨਾ ਆਈ ਤੇ ਇਹਨੂੰ ਕਹਿੰਦੇ ਨੇ ਵੀ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਅਗਿਆਨਤਾ ਦੇ ਵਿੱਚ ਜੀਵਨ ਗੁਜ਼ਰਿਆ ਬਿਨਾਸ਼ਕ ਹੈ, ਗਿਆਨ ਦੇ ਵਿੱਚ ਜੀਵਨ ਗੁਰਿਆ, ਜੀਵਨ ਬਤੀਤ ਹੋਇਆ ਇੱਕ ਜਿਹੜੀ ਹੈ ਉਹ ਬਹੁਤ ਵੱਡੀ ਪ੍ਰਾਪਤੀ ਹੈ। ਸੋ ਇੱਕ ਜੋਤ ਏਕਾ ਮਿਲੀ, ਉਹ ਇੱਕ ਜੋਤ ਦੇ ਵਿੱਚ ਸਾਡੀ ਜਿਹੜੀ ਜੋਤ ਹੈ ਉਹ ਉਹਦੇ ਵਿੱਚ ਮਿਲ ਜਾਏਗੀ। ਔਰ ਅੰਦਰ ਕਿੰਬਾ ਹੋਏ ਮੋਏ ਬਿਲਕੁਲ ਕਿਸੇ ਕਿਸਮ ਦੀ ਕੋਈ ਮੈਲ, ਕੋਈ ਹਉਮੈ ਜਾਂ ਕੋਈ ਵੀ ਬੁਰੀ ਚੀਜ਼ ਜਿਹੜੀ ਹੈ ਉਹ ਅੰਦਰ ਨਹੀਂ ਰਹਿ ਜਾਏਗੀ। ਵੈਸੇ ਜੋਤ ਵਿੱਚ ਜੋਤ ਮਿਲਦੀ ਹੀ ਉਸ ਦੀ ਹੈ ਜੋ ਸਾਫ਼ ਹੋਵੇ। ਭਾਂਡਾ ਧੋਏ ਵੈਸ ਧੂਫ ਦੇਵੋ ਤੋ ਦੁੱਧੇ ਕੋ ਜਾਓ। ਪਰਮ ਪਿਤਾ ਪਰਮਾਤਮਾ ਦੇ ਵਿੱਚ ਲੀਨ ਉਹੀ ਹੁੰਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦਾ ਫਰਮਾਨ ਹੈ, ਨਾਨਕ ਲੀਨ ਭਿਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ। ਉਹਦੇ ਵਰਗਾ ਹੋ ਕੇ ਦੇਖੋ, ਪਾਣੀ ਦੇ ਵਿੱਚ ਪਾਣੀ ਮਿਲਦਾ ਹੈ। ਪਾਣੀ ਦੇ ਵਿੱਚ ਪੱਥਰ ਸੁੱਟ ਦਈਏ ਉਹ ਪਾਣੀ ਬਣਦਾ, ਧਿਆਨ ਦੇਣਾ।
ਜਿਸ ਦਾ ਹਿਰਦਾ ਹੈ ਹੀ ਪੱਥਰ, ਜਿਸ ਨੂੰ ਨਾਮ ਬਾਣੀ ਸਿਮਰਨ ਭਜਨ ਪੁੰਨ ਦਾਨ ਪਰ ਉਪਕਾਰ ਚੰਗੇ ਇਨਸਾਨ। ਚੰਗੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਉਸ ਨੂੰ ਕਹਿੰਦੇ ਨੇ ਪੱਥਰ, ਪੱਥਰ ਦਿਲ ਇਨਸਾਨ। ਉਹ ਕਹਿਣ ਪਈ ਸਾਨੂੰ ਮੁਕਤੀ ਮਿਲ ਜਾਏ, ਅਸੀਂ ਪੂਰੇ ਹੋ ਜਾਈਏ, ਭਾਈਆਂ ਨੇ ਤੇ ਅਰਦਾਸਾਂ ਕਰ ਦੇਣੀਆਂ ਨੇ, ਪਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੇਰੇ ਕਰਮਾਂ ਨੇ ਤੈਨੂੰ ਅਭੇਦ ਕਰਨਾ। ਧਿਆਨ ਦੇਣਾ, ਤੇਰੇ ਕਰਮਾਂ ਨੇ ਤੈਨੂੰ ਅਭੇਦ ਕਰਨਾ। ਤੇਰੀ ਮਿਹਨਤ ਨੇ ਜਿਨੀ ਨਾਮ ਤੇ ਆਇਆ ਗਿਆ ਮਸਕਤ ਘਾਲ। ਕੋਈ ਡਾਕਟਰ ਜਿਹੜਾ ਹੋਵੇ, ਕੋਈ ਸਪੈਸ਼ਲਿਸਟ, ਉਹ ਆਪਣੇ ਬੱਚੇ ਨੂੰ ਡਿਗਰੀ ਜਿਹੜੀ ਹੈ ਉਹ ਮੁੱਲ ਤੇ ਲੈ ਕੇ ਦੇ ਸਕਦਾ, ਪਰ ਉਸ ਨੂੰ ਕਿਸੇ ਦਾ ਸਰਜਰੀਅਨ ਨਹੀਂ ਉਸ ਕੋਲੋਂ ਕਰਵਾ ਸਕਦਾ। ਠੀਕ ਹੈ ਜੀ, ਉਹਦੇ ਕੋਲੋਂ ਆਪਰੇਸ਼ਨ ਨਹੀਂ ਕਰਵਾ ਸਕਦਾ। ਉਹਦੇ ਲਈ ਉਸ ਕੋਲ ਪ੍ਰੈਕਟੀਕਲ ਤਜਰਬੇ ਦਾ ਹੋਣਾ ਬਹੁਤ ਜ਼ਰੂਰੀ ਹੈ। ਮਤਲਬ ਬਾਣੀ ਵੀ ਪ੍ਰੈਕਟੀਕਲ ਜੀਵਨ ਦਾ ਨਾਮ ਹੈ। ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਮਹਾਰਾਜ ਜੀ ਕਹਿੰਦੇ ਕੱਲੀਆਂ ਗੱਲਾਂ ਦੇ ਨਾਲ ਨਹੀਂ ਸਰਨਾ, ਗੱਲਾਂ ਦੇ ਨਾਲ ਪਰਮ ਪਿਤਾ ਕੁਛ ਨਹੀਂ ਹੁੰਦਾ। ਕਥਨੀ ਕਹਿ ਭਰਮ ਨਾ ਜਾਏ, ਕੇਵਲ ਕਥਨੀ ਦੇ ਨਾਲ ਭਰਮ ਨੇ ਨਹੀਂ ਜਾਣਾ। ਸਾਰੀ ਦੁਨੀਆ ਵਿੱਚ ਸਭ ਕਥ ਕਥ ਰਹੀ ਲੁਕਾਈ, ਸਭ ਕਥ ਹੀ ਰਹੇ ਨੇ, ਮਤਲਬ ਗੱਲਾਂ ਹੀ ਕੇਵਲ ਕਰ ਰਹੇ ਨੇ, ਉਸ ਚੀਜ਼ ਨੂੰ ਅਪਣਾ ਨਹੀਂ ਰਹੇ। ਇਸ ਕਰਕੇ ਦੁਨੀਆ ਦੇ ਵਿੱਚ ਧਿਆਨ ਦੇਣਾ, ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਜ਼ਬਰ ਜ਼ੁਲਮ, ਦੁਨੀਆ ਦੇ ਵਿੱਚ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਇੱਕ ਦੂਜੇ ਨੂੰ ਮਾਰ, ਇੱਕ ਦੂਜੇ ਦਾ ਕਤਲ, ਇੱਕ ਦੂਜੇ ਦੇ ਨਾਲ ਜਲਸੀ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਭਾਵਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਤਾ ਕਦੋਂ ਪੈਦਾ ਹੁੰਦੀਆਂ, ਜਦੋਂ ਮਨੁੱਖ ਪ੍ਰਮਾਤਮਾ ਨਾਲੋਂ ਟੁੱਟ ਜਾਂਦਾ ਹੈ। ਬਾਣੀ ਵਿੱਚ ਬੜੀ ਵਾਰ ਤੇ ਅਸੀਂ ਪੜ੍ਹੇ ਹਾਂ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਚਾਹੇ ਮੈਂ ਆ, ਚਾਹੇ ਤੁਸੀਂ ਹੋ, ਚਾਹੇ ਕੋਈ ਰਾਜਾ ਮਹਾਰਾਜਾ, ਜਿਹੜਾ ਪਰੇਸ਼ਾਨੀ ਦੇ ਵਿੱਚ ਹੈ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਣਾ। ਇਹ ਮੇਰੀ ਹੀ ਪੈਲੀ ਦੇ ਵਿੱਚ ਉੱਗਿਆ ਗੰਦ ਮੰਦ ਹੈ, ਜਿਹੜਾ ਮੈਨੂੰ ਵੱਢਣਾ ਪੈ ਰਿਹਾ। ਗੁਸਤਾਖੀ ਮਾਫ। ਹੋਰ ਇੱਕ ਭਗਤ ਫਰੀਦ ਦੀ ਪੰਕਤੀ ਪੜ੍ਹ ਲੈਂਦੇ ਆ, ਫਿਰ ਅਗਲੀ ਪੰਕਤੀ ਲੈਂਦੇ ਆ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ ਹੰਡੇ, ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਬਜੌਰ ਦੇ ਇਲਾਕੇ ਦੀਆਂ ਦਾਖਾਂ ਨਹੀਂ ਮਿਲਣੀਆਂ ਜੇ ਕਿੱਕਰ ਦਾ ਰੁੱਖ ਬੀਜਿਆ ਹੋਏਗਾ, ਉਹਨੂੰ 16 ਲੱਗਦੀ। ਕਿੱਕਰਾਂ ਨੂੰ ਕੰਡੇ ਲੱਗਦੇ ਨੇ, 16 ਲੱਗਦੀਆਂ ਨੇ, ਉਹਨਾਂ ਨੂੰ ਕੋਈ ਸੌਂਗੀ ਨਹੀਂ ਲੱਗਦੀ, ਉਹਨਾਂ ਨੂੰ ਕੋਈ ਦਾਖਾਂ ਨਹੀਂ ਲੱਗਦੀਆਂ, ਕੋਈ ਮਿੱਠਾ ਫਲ ਨਹੀਂ ਲੱਗਦਾ। ਇਸ ਕਰਕੇ ਬਾਣੀ ਦੀ ਹੋਰ ਪੰਕਤੀ ਆ ਰਹੀ, ਕਹਿੰਦੇ ਮੰਦਾ ਚੰਗਾ ਆਪਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ। ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ, ਜਾਵਣਾ ਨੰਗਾ ਦੋ ਜਗ ਚੱਲਿਆ, ਤਾਂ ਦਿਸੇ ਖਰਾ ਡਰਾਵਣਾ। ਕਰ ਔਗਣ ਪਛੋਤਾਵਣਾ, ਕਰੇ ਔਗਣ ਪਛੋਤਾਵਣਾ। ਸਾਡੇ ਕਰਮ ਹੀ ਸਾਨੂੰ ਸੰਸਾਰ ਦੇ ਵਿੱਚ ਉੱਚਾ ਕਰਦੇ ਨੇ, ਸਾਡੇ ਕਰਮ ਹੀ ਸਾਨੂੰ ਸੰਸਾਰ ਜਾਂ ਨਿਰੰਕਾਰ ਦੇ ਦੇਸ਼ ਵਿੱਚ ਨੀਵਾਂ ਕਰਦੇ ਨੇ। ਅਸੀਂ ਆਪਣੀ ਰਸਨਾ ਨਾਲ, ਆਪਣੇ ਬਿਹੇਵੀਅਰ ਨਾਲ ਕਿਸੇ ਨੂੰ ਤੰਗ ਪਰੇਸ਼ਾਨ ਅਪਸ਼ਬਦ ਬੋਲ ਕੇ ਦੇਖੀਏ ਤੇ ਆਪੇ ਹੀ ਕਰਮ ਗਲਤ ਬਣ ਗਿਆ। ਕਿਸੇ ਨੂੰ ਜੋੜ ਕੇ ਚੰਗੇ ਥਾਂ ਤੇ ਦੇਖੀਏ, ਕਿਸੇ ਦੀ ਸਹਾਇਤਾ ਕਰਕੇ ਦੇਖੀਏ, ਕਿਸੇ ਦੀ ਮਦਦ ਕਰਕੇ ਦੇਖੀਏ, ਦੇਖੋ ਕਿੰਨਾ ਵਧੀਆ ਕਰਮ ਬਣ ਗਿਆ। ਸੋ ਇਸ ਕਰਕੇ ਸੁੱਖ ਮਨੁੱਖ ਨੇ ਆਪਣੇ ਅੰਦਰੋਂ ਹੀ ਪੈਦਾ ਕਰਨਾ। ਖੇਤੀ ਇਹਦੀ ਹੈ, ਕਰੇ ਚਾਹੇ ਨਾ। ਸੋ ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਦੋਂ ਫਿਰ ਜੋਤ ਪ੍ਰਮਾਤਮਾ ਨਾਲ ਇੱਕਮਿਕ ਹੋ ਜਾਂਦੀ ਹੈ ਤੇ ਕਿਸੇ ਕਿਸਮ ਦੀ ਕੋਈ ਮੈਲੀ ਚੀਜ਼ ਅੰਦਰ ਰਹਿੰਦੀ ਨਹੀਂ, ਉਹਨੂੰ ਸਾਰਿਆਂ ਦੇ ਵਿੱਚ ਅੱਲਾ ਦਿਸਦਾ। ਧਿਆਨ ਦੇਣਾ, ਜਦੋਂ ਤੱਕ ਸਾਨੂੰ ਕੋਈ ਬੁਰਾ ਦਿਸ ਰਿਹਾ ਹੈ, ਇਹਦਾ ਮਤਲਬ ਹੈ ਸਾਡਾ ਪੜ੍ਹਿਆ ਸੁਣਿਆ ਮਨਜ਼ੂਰ ਨਹੀਂ ਹੋਇਆ ਜਾਂ ਹੋ ਰਿਹਾ। ਜਦੋਂ ਤੱਕ ਦੂਸਰਾ ਤੇ ਆਪਣਾ ਦਿਸ ਰਿਹਾ, ਉਦੋਂ ਤੱਕ ਸਮਝ ਲੈਣਾ ਚਾਹੀਦਾ ਅਜੇ ਤੱਕ ਮੰਜ਼ਿਲ ਦੂਰ ਹੈ।
मैं जिहड़ी चीज प्राप्त करनी चाहुंदा, ध्यान देना, मैं जिहड़ी चीज प्राप्त करनी चाहुंदा, जदों तक ओहदी अरदास दूसरे दे लई सरबत दे लई नहीं करदा, उदों तक मैं रब दे नज़दीक नहीं जावांगा। ये सानू ये पढ़ाया गया पे नानक नाम चढ़दी कला, तेरे भाने सरबत दा भला। जिन्नू ये चीज मंजूर है वो मेरे घर विच आ जाओ। गुरु साहब कहंदे, गुरु साहब सरबत दे भला मंगण वालियां नू अपने घर विच दाखला देणगे कि बुरा करन वालियां नू, बुरा करन वालियां नू अपनी गोद विच बिठाउणगे जां भला करन वालियां नू? ये असीं अपने आप समझ सकते हाँ। गुरु किन्हां नू गल लाउंदा है, गुरु उन्हां नू गल लाउंदा है। आहा बिसर गई सब तात पराई, जब ते साध संगत मोह पाई। ना को बैरी नाही बेगाना सगल संग, हमको बन आई। नफरत करन वाले दी जे नफरत नू असी सांभी रखांगे, ओदी नफरत ने ही सानू दुखी रखना। ध्यान देना, कोई साडे नाल नफरत करदा है ना, ओदी नफरत नू असी रिपीट करी जावांगे, साडे मन ने हमेशा परेशान रहना। जे नफरत करन वाले दे लई असी कह दईए महाराज जी उस नू सुमत दिओ, ओदी कीती होई नफरत ने साडे मन नू प्रभावित नहीं करना, उत्थे ही रोक लग गई। जो असी कह दिता महाराज उन्नू भी सुमत दिओ, उन्नू भी अकल दिओ, उसनू भी राह दिखाओ, उसनू भी चंगे पासे लाओ। सानू यही सिखाया गया, ना कि इहदा कख ना रहे, इहदा बुरा हो जाए, इहदे नाल ऐदां वापरे, इहदे सानू किधरे भी नहीं सिखाया। ये कहण दे नाल विथां होर वधदियां ने, ध्यान देना, इहदे नाल नफरत होर वधदी है, ਇਹਦੇ ਨਾਲ ਤਕਰਾਰ ਹੋਰ ਵੱਧਦੀ ਹੈ। ਤੇ ਜਦੋਂ ਅਸੀਂ ਕਵਾਂਗੇ ਮਹਾਰਾਜ ਜੀ ਇਹਦਾ ਵੀ ਭਲਾ ਕਰੋ, ਇਹਨੂੰ ਸੁਮਤ ਦਿਓ, ਉਸੇ ਵੇਲੇ ਠੰਡੀ ਹਵਾ ਸਾਡੇ ਅੰਦਰ ਗੁਰੂ ਵੱਲੋਂ ਆਏਗੀ। ਇਹ ਕਰਕੇ ਵੇਖ ਲੈ, ਕੋਈ ਝੂਠੀ ਮੋਟੀ ਕਰਕੇ ਦੇਖ ਲੈ, ਨਾ ਹੀ ਠੰਡੀ ਹਵਾ ਤੇ ਤਾਂ ਕਹਿਣਾ ਪ੍ਰੈਕਟੀਕਲ ਦੱਸ ਰਹੇ ਹਾਂ, ਗੁਰੂ ਦੀ ਗੋਦ ਵਿੱਚ ਝੂਠ ਨਹੀਂ ਸੱਚ ਬੋਲ ਰਹੇ ਹਾਂ, ਇੰਜ ਕਹਿ ਕੇ ਦੇਖਣਾ। दुश्मन का भी भला मंग के देखना, यदी उड़ीक रही है गुरु साहब ने। जिदन ये भला मंगन लग पिया, उदन ही मिनटां ते सेकंडां विच गुड्डियां चढ़ जाणियां, तरक्कियां दिनां विच हो जाणियां, वो बन टुट जाने ने, जड़ियां रुकावटां खड़ियां ने वो पासे हो जाणियां ने। महाराज जी ने खोल देने ने खजाने, लै जा पाए। योग हो गया ना, हुण तो योग हो गया, लग गया पता भी तेरे अंदर ते रही नहीं वो मैल, इसदी ही उडीक सी। हुण तू लै जा दुख पर हर, सुख घर लै जाए। सो भगत कबीर जी की पंक्ति बड़ी प्यारी, जित घट नाम ना उपजै। घट का मतलब शरीर, जिस दे शरीर दे विच महाराज जी कहंदे परमात्मा दा नाम फुटदा नहीं। इत्थे फुटन का मतलब असी लवांगे भी पैदा हो। जिस दे हिरदे दे विचों परम पिता परमात्मा दा नाम फुटदा नहीं, जिस दी जुबान दे विचों परम पिता परमात्मा दा नाम आउंदा नहीं। महाराज जी कहंदे जित घट नाम ना उपजै, फूट मरे जन सोए। ओ हमें करके, ओ परेशानी करके बहुत ज्यादा दुखी हुंदा है, बहुत ज्यादा दुखी हुंदा। ध्यान देना, असी इत्थे जरूर सवाल कर सकते हाँ। नाले कहंदे हाँ नानक दुखिया सब संसार, ते फिर भावें जपीए चाहे ना जपीए, जब सारे संसार ने दुखी रहना, फिर क्यों जपिया जाए? सवाल दलील वाला। ते जिहड़ा समझाना है महाराज जी ने उस तो भी किधरे उपर है, उस तो भी किधरे उपर जो महाराज जी बख्शिश करनगे जां जवाब देणगे। देखो संसार ते सारा दुखी है ही है, द होल वर्ल्ड इज अनहैप्पी। संसार दे दुखी है ही है, पर संसार दे विच तुसीं कोई भजन करन वाले, बंदगी वाले, कोई सतपुरख नूं देखना,
ਉਹ ਇਸ ਤਰ੍ਹਾਂ ਲੱਗੇਗਾ ਉਹਨੂੰ ਕੋਈ ਦੁੱਖ ਨਹੀਂ ਹੈ। ਦੁੱਖ ਵਾਲੀ ਚੀਜ਼ ਉਹਦੇ ਲਾਗੇ ਵੀ ਕਦਰੀ ਦੇਖੋਗੇ, ਫਿਰ ਵੀ ਉਹ ਦੁੱਖ ਨੂੰ ਦੁੱਖ ਨਹੀਂ ਮੰਨਦਾ। ਸਪੇਰਾ ਜ਼ਹਿਰ ਨੂੰ ਜ਼ਹਿਰ ਨਹੀਂ ਮੰਨਦਾ। ਸੱਪ ਉਹਦੇ ਕੋਲ ਨਾ ਪਟਾਰੀ ਚ ਸਾਨੂੰ ਦਿਸ ਜਾਏ ਨਾ, ਅਸੀਂ ਡੰਡਾ ਲੱਭਣ ਲੱਗ ਜਾਣਾ ਵੀ ਮਾਰੋ। ਸਪੇਰੇ ਨੇ ਜੁਗਤੀ ਵਰਤਣੀ। ਜਿਹੜਾ ਸਤਪੁਰਖ ਜਾਂ ਗੁਰਮੁਖ ਹੁੰਦਾ ਨਾ, ਉਹਨੇ ਹਰ ਚੀਜ਼ ਨੂੰ ਜੁਗਤੀ ਦੇ ਨਾਲ, ਸੰਖਿਆ ਕਹਿੰਦੇ ਆ ਨਾ, ਜਾਂ ਜ਼ਹਿਰ ਕਹਿੰਦੇ ਆ ਨਾ, ਜਿਹੜੇ ਜੋਗੀ ਲੋਕ ਹੁੰਦੇ ਨੇ ਜਾਂ ਵੈਦ ਲੋਕ ਹੁੰਦੇ ਨੇ, ਉਹ ਉਸੇ ਹੀ ਜ਼ਹਿਰ ਨੂੰ, ਸੰਖੀਏ ਨੂੰ ਮਾਰ ਕੇ ਉਹਦੀ ਔਸ਼ਧੀ ਦਵਾਈ ਬਣਾ ਕੇ ਜੀਵਨ ਦਾਨ ਦੇ ਦਿੰਦੇ ਹਨ। ਸੱਪ ਤੇ ਜ਼ਹਿਰੀਲਾ, ਪਰ ਸਪੇਰਾ ਉਸ ਨੂੰ ਗਲ ਵਿੱਚ ਲਮਕਾਈ ਫਿਰਦਾ, ਲਮਕਾ ਕੇ ਪੈਸੇ ਕਮਾਉਂਦਾ, ਪੈਸੇ ਵਟਦਾ। ਇਹ ਤੇ ਜੁਗਤੀ ਦੀ ਗੱਲ ਹੈ ਨਾ। ਸੋ ਜਿਹੜਾ ਦੁੱਖ ਹੈ ਨਾ, ਦੁੱਖ ਵਿੱਚ ਸੁੱਖ ਮਨਾਈ। ਦੇਖੋ ਜੁਗਤੀਆਂ, ਜਿਵੇਂ ਪਹਿਲਾਂ ਮੈਂ ਵਿਚਾਰ ਆਪਦੇ ਨਾਲ ਸਾਂਝੀ ਕੀਤੀ ਆ, ਕਿਸੇ ਦੀ ਬੁਰਾਈ ਨੂੰ ਬੁਰਾਈ ਨਾ ਸਮਝਣਾ, ਨਫ਼ਰਤ ਨੂੰ ਨਾ ਨਫ਼ਰਤ ਸਮਝਣਾ, ਇਹ ਵੀ ਇੱਕ ਪੜ੍ਹਾਈ ਹੈ, ਇੱਕ ਕਲਾ ਹੈ। ਤੇ ਜਦੋਂ ਉਹ ਚੀਜ਼ ਨੂੰ ਅਸੀਂ ਸਮਝ ਲਿਆ, ਉਹ ਚੀਜ਼ ਨੇ ਸਾਨੂੰ ਦੁੱਖ ਹੀ ਨਹੀਂ ਦੇਣਾ। ਦੁੱਖ ਗਿਆ ਧਿਆਨ ਦੇਣਾ, ਕਿਸੇ ਦੀ ਚੁਭਵੀਂ ਕੀਤੀ ਹੋਈ ਗੱਲ ਦੁੱਖ ਦਿੰਦੀ ਹੈ, ਸਾਰਿਆਂ ਨੂੰ ਦਿੰਦੀ ਹੈ ਨਾ। ਜਦ ਅਸੀਂ ਉਸ ਚੁਭਵੀਂ ਗੱਲ ਨੂੰ ਮਹਾਰਾਜ ਜੀ ਦੀ ਪੰਕਤੀ ਦੇ ਮੁਤਾਬਕ ਇਗਨੋਰ ਕਰ ਦੇਣਾ ਵੀ ਮੂਰਖੇ ਨਾਲ ਨਾ ਲੁੱਝੀਏ, ਤੇ ਆਪੇ ਹੀ ਅਸੀਂ ਬਿਲਕੁਲ ਸਤਸੰਗ ਜੀ ਸ਼ਾਂਤ ਹੋ ਜਾਣਾ, ਸੁਖੀ ਹੋ ਜਾਣਾ। ਸਾਨੂੰ ਦੂਸਰੇ ਦਾ ਔਗਣ ਤੇ ਦੂਸਰੇ ਦੀ ਗਲਤ ਚੀਜ਼ ਜਿਹੜੀ ਹੈ ਉਹ ਪਰੇਸ਼ਾਨ ਕਰਦੀ। ਅਸੀਂ ਉਸ ਚੀਜ਼ ਨੂੰ ਪਰੇ ਸੁੱਟੋ। ਉਸ ਨੂੰ ਦੂਸਰੇ ਦੀ ਗੰਦੀ ਚੀਜ਼ ਆਪਣੇ ਮਨ ਵਿੱਚ ਲਿਆ ਕੇ ਆਪਣੇ ਮਨ ਨੂੰ ਅਸ਼ਾਂਤ ਕਰਨਾ, ਇਹ ਤੇ ਅਗਿਆਨਤਾ। ਕੋਈ ਬੁਰਾ ਬੰਦਾ ਬੁਰੀ ਚੀਜ਼ ਸਾਨੂੰ ਦੇ ਜਾਂਦਾ ਜਾਂ ਕਹਿ ਜਾਂਦਾ, ਉਹਦੀ ਬੁਰੀ ਚੀਜ਼ ਨੂੰ ਨਾਲ ਲਪੇਟੀ ਫਿਰੀਏ, ਕਿਉਂ ਵੀ ਉਹ ਤੇ ਬੁਰਾ ਸੀ, ਉਹ ਆਪਣੀ ਬੁਰੀ ਆਪਣੀ ਚੀਜ਼ ਉਹਦੇ ਕੋਲ ਹੀ ਰਹਿਣ ਦੇ, ਤੂੰ ਰੱਖ ਆਪਣੀ ਬੁਰੀ ਚੀਜ਼, ਮੈਂ ਕਿਉਂ ਲਵਾਂ ਬਈ? ਮੈਂ ਤੇ ਆਪਣੇ ਗੁਰੂ ਦਾ ਸਿੱਖ ਹਾਂ, ਮੈਨੂੰ ਤੇ ਚੰਗੀਆਂ ਚੀਜ਼ਾਂ ਮਹਾਰਾਜ ਨੇ ਗ੍ਰਹਿਣ ਕਰਨ ਨੂੰ ਕਿਹਾ। ਤੇਰੀ ਬੁਰੀ ਭਰਾ ਤੈਨੂੰ ਹੀ ਦੇਣਾ, ਤੂੰ ਹੀ ਰੱਖ ਕੋਲ ਸਾਂਭ ਕੇ, ਮੈਨੂੰ ਨਹੀਂ ਚਾਹੀਦੀ ਉਹਦੀ ਗੱਲ ਦੀ ਇੱਕ ਵੀ ਵਿਚਾਰ ਚੱਲੇ ਹੀ ਨਾ, ਤੇ ਉਹ ਪਰੇਸ਼ਾਨੀ ਨਹੀਂ ਦਿੰਦੀ। ਇਹਨੂੰ ਕਹਿੰਦੇ ਨੇ ਦੇਖ ਕੇ ਅਣਡਿੱਠ ਕੀਤਾ। ਜਿਹੜੀ ਪੰਕਤੀ ਅਸੀਂ ਅਰਦਾਸ ਵਿੱਚ ਪੜ੍ਹਨੀ ਹੈ, ਉਹ ਦੇਖ ਕੇ ਉਸ ਨੂੰ ਛੱਡ ਦਿਓ, ਤੂੰ ਆਪਣੇ ਘਰ ਰਾਜੀ ਰਹੋ, ਸਾਨੂੰ ਨਹੀਂ ਕੋਈ ਜ਼ਰੂਰਤ। ਤੇ ਫਿਰ ਆਪੇ ਹੀ ਉਸ ਨੂੰ ਦੁੱਖ ਨਹੀਂ ਪ੍ਰਤੀਤ ਹੋਵੇਗਾ, ਉਸ ਨੂੰ ਸੁੱਖ ਹੀ ਲੱਗੇਗਾ। ਦੁੱਖ ਨਹੀਂ, ਸਭ ਸੁਖ ਹੀ ਹੈ। ਸੋ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਹੇ ਮੇਰੇ ਸੋਹਣੇ ਰਾਮ, हे मेरे सोने रामैया, सावल सुंदर रामैया मेरा मन लागा तोहे। तेरे सुहापन नूं देख के, तेरे गुणां नूं देख के, तेरे सोहणेपन नूं देख के मेरा मन तेरे नाल लगना शुरू हो गया। जिवें चंगे इंसान दे चंगे गुणां करके असीं उहदे नाल मित्रता पा लैंदे हां, उहदे घर विच आउणा जाणा शुरू कर दिंदे हां, उहनूं असीं अपने घर दे फंक्शनां विच बुलाउणा, उहदे नाल मेल जोल अपने सकिਆਂ नालों भी ज़्यादा ਇਹ ਬਣਾ ਲੈਂਦੇ ਹਾਂ। ਇਹ ਕਦੋਂ ਹੁੰਦਾ? ਜਦੋਂ ਕੋਈ ਸਾਨੂੰ ਬਹੁਤ ਪਿਆਰਾ ਲੱਗਣ ਲੱਗ ਜਾਂਦਾ ਹੈ। ਸੋ ਭਗਤ ਕਬੀਰ ਜੀ ਕਹਿੰਦੇ, ਮੇਰੇ ਸਾਈਂ ਮੇਰੇ ਰਮਈਆ ਤੂੰ ਮੈਨੂੰ ਸੋਹਣਾ ਲੱਗਿਆ ਤੇ ਮੇਰਾ ਮਨ ਫਿਰ ਤੇਰੇ ਨਾਲ ਲੱਗ ਗਿਆ। ਮੇਰਾ ਮਨ ਲਾਗਾ ਤੋਹੇ, ਮੇਰਾ ਮਨ ਤੇਰੇ ਚਰਨਾਂ ਦੇ ਨਾਲ ਜੁੜ ਗਿਆ। ਕਿਉਂਕਿ ਜਦੋਂ ਤੱਕ ਕੋਈ ਚੰਗਾ ਨਹੀਂ ਲੱਗਦਾ ਉਹਦੇ ਨਾਲ ਉਹ ਜੁੜਦਾ ਨਹੀਂ। ਜਦੋਂ ਕੋਈ ਚੰਗਾ ਲੱਗਣ ਲੱਗ ਜਾਂਦਾ ਉਹਦੇ ਨਾਲ ਜੁੜ ਜਾਂਦਾ, ਉਹਦੇ ਨਾਲ ਹੋਰ ਵੀ ਆਪਣਾ ਕੋਈ ਕੰਮਕਾਰ ਸਾਂਝ ਕਰ ਲੈਂਦਾ, ਪੈਸੇ ਦੀ ਵੀ ਸਾਂਝ ਕਰ ਲੈਂਦਾ। ਕੋਈ ਜਦੋਂ ਵਿਸ਼ਵਾਸ ਪਾਤਰ ਇਮਾਨਦਾਰੀ ਵਾਲਾ ਜਾਂ ਚੰਗਾ ਗੁਣਾ ਕਰਕੇ ਲੱਗੇਗਾ ਨਾ, ਜਦੋਂ ਚੰਗਾ ਲੱਗਣ ਲੱਗ ਪਿਆ, ਜਦੋਂ ਪ੍ਰਮਾਤਮਾ ਮੈਨੂੰ ਚੰਗਾ ਲੱਗਿਆ, ਭਗਤ ਜੀ ਕਹਿੰਦੇ ਮੈਂ ਪਰਮ ਪਿਤਾ ਪ੍ਰਮਾਤਮਾ ਦਾ ਹੋ ਗਿਆ ਤੇ ਉਹ ਮੇਰਾ ਹੋ ਗਿਆ। ਮੇਰਾ ਮਨ ਲਾਗਾ ਤੋਏ, ਉਦੋਂ ਤੋਂ ਮੇਰਾ ਮਨ ਤੇਰੇ ਨਾਲ ਲੱਗ ਗਿਆ। ਜਦੋਂ ਦੇ ਤੇਰੇ ਵਿੱਚ ਮੈਂ ਇਦਾਂ ਦੇ ਗੁਣ ਦੇਖੇ ਜੋ ਨਿਮਾਣਿਆਂ ਨੂੰ ਮਾਣ ਦਿੰਦਾ ਤੇ ਨਿਤਾਣਿਆਂ ਦਾ ਤਾਣ ਹੈ, ਇਹਦੇ ਐਸੇ ਗੁਣ ਦੇਖ ਕੇ ਜੋ ਮਤਲਬ ਔਗਣ ਕਰਨ ਵਾਲਿਆਂ ਨੂੰ ਵੀ ਬਖਸ਼ ਦਿੰਦਾ। ਇਹ ਚੀਜ਼ ਦੇਖ ਕੇ ਜਿਹੜਾ ਪਤਿਤ ਨੂੰ ਵੀ ਬਖਸ਼ ਲੈਂਦਾ, ਜਿਹੜਾ ਅਪਰਾਧੀਆਂ ਨੂੰ ਵੀ, ਅਕਿਰਤ ਘਣਾ ਨੂੰ ਵੀ ਰੋਟੀ ਦੇ ਦਿੰਦਾ, ਜਿਹੜਾ ਸਾਰਿਆਂ ਦੀ ਰੱਖਿਆ ਕਰਦਾ, ਇਹ ਗੁਣ ਦੇਖ ਕੇ ਮੇਰਾ ਮਨ ਲਾਗਾ ਤੋਹੇ। ਸਾਧ ਮਿਲੇ ਸਿੱਧ ਪਾਈਐ ਕਿ ਇਹੋ ਜੋਗ ਕੇ ਭੋਗ। ਮਹਾਰਾਜ ਜੀ ਫਰਮਾਨ ਕਰਦੇ ਨੇ, ਸਾਧ ਦਾ ਮਤਲਬ ਇੱਥੇ ਸਾਧੇ ਹੋਏ ਨੂੰ ਕਹਿ ਸਕਦੇ, ਗੁਰੂ ਨੂੰ ਵੀ ਕਹਿ ਸਕਦੇ ਹਾਂ, ਕਿਸੇ ਗੁਰਮੁਖ ਨੂੰ ਵੀ ਕਹਿ ਸਕਦੇ ਹਾਂ। ਕਹਿੰਦੇ ਸਾਧ ਮਿਲੇ, ਗੁਰੂ ਮਿਲਿਆ, ਸਿੱਧ ਪਾਈਐ, ਉਹ ਚੀਜ਼
ਜਿਸ ਨੂੰ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਉਹ ਗੁਰੂ ਸਪਸ਼ਟ ਕਰ ਦਿੰਦਾ ਹੈ। ਮਤਲਬ ਉਹਨੂੰ ਅਸੀਂ ਸਿੱਧੀ ਵੀ ਕਹਿ ਸਕਦੇ ਹਾਂ, ਮਤਲਬ ਸਿੱਧਾ ਰਾਹ ਕਹਿ ਸਕਦੇ ਹਾਂ ਵੀ ਉਹ ਗੁਰੂ ਨੇ ਹੀ ਸਾਨੂੰ ਦੱਸਣਾ। ਸਾਧ ਮਿਲੇ ਸਿੱਧ ਪਾਈਐ ਕੇਹੋ ਜੋਗ ਕੇ ਭੋਗ। ਇਹ ਜਿਹੜੀਆਂ ਚੀਜ਼ਾਂ ਨੇ ਇਹ ਦੁਨੀਆ ਦੇ ਚਾਹੇ ਪਦਾਰਥ ਹਨ, ਚਾਹੇ ਜੋਗ ਹਨ, ਚਾਹੇ ਭੋਗ ਹਨ। ਜੋਗੀ ਅੰਦਰ ਜੋਗੀਆ ਤੋਂ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮਚ ਪਿਆਲ। ਦੋਏ ਮਿਲ ਕਾਰਜ ਉਪਜੇ RAM ਨਾਮ ਸੰਜੋਗ। ਜਦੋਂ ਸਤਿਗੁਰ ਦੇ ਸ਼ਬਦਾਂ ਦੇ ਨਾਲ ਸੁਰਤ ਜੁੜਦੀ ਹੈ, ਅਭੇਦ ਹੁੰਦਾ ਇਨਸਾਨ ਤੇ ਨਤੀਜਾ ਕੀ ਨਿਕਲਦਾ ਹੈ? ਦੋ ਮਿਲ ਕਾਰਜ ਉਪਜੇ RAM ਨਾਮ ਸੰਜੋਗ। RAM ਦੇ ਸੰਜੋਗ ਦੇ ਨਾਲ ਕਾਰਜ ਰਾਸ ਹੁੰਦੇ ਹਨ। ਪਰ ਅਗਲੀ ਜਿਹੜੀ ਹੈ ਪੰਕਤੀ ਇਹ ਬੜੀ ਵੱਡੀ ਚੋਟ ਮਾਰੀ ਹੈ ਸਾਨੂੰ ਸਾਰਿਆਂ ਨੂੰ। ਅਗਲੀ ਪੰਕਤੀ ਦੇ ਵਿੱਚ ਬੜੀ ਵੱਡੀ ਚੋਟ ਮਾਰੀ ਹੈ। ਲੋਗ ਜਾਣੈ ਇਹੋ ਗੀਤ ਹੈ ਇਹ ਤੋ ਬ੍ਰਹਮ ਵਿਚਾਰ। ਲੋਗ ਜਾਣੇ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ। ਮਹਾਰਾਜ ਜੀ ਭਗਤ ਕਬੀਰ ਜੀ ਕਹਿੰਦੇ ਨੇ ਲੋਕਾਂ ਨੇ ਜਦੋਂ ਮੈਂ ਕੋਈ ਰੱਬ ਦੀਆਂ ਗੱਲਾਂ ਕਰਨ ਲੱਗਾ ਲੋਕਾਂ ਨੇ ਤਮਾਸ਼ਾ ਸਮਝਿਆ। ਭਗਤ ਜੀ ਨੇ ਇੱਥੋਂ ਤੱਕ ਵੀ ਲਿਖਿਆ ਕਬੀਰ ਜੀ ਨੇ ਲੋਗਨ ਰਾਮ ਖਿਲਾਉਣਾ ਜਾਨਾ। ਲੋਕਾਂ ਨੇ ਸਮਝਿਆ ਇਹਦੇ ਗੀਤ ਹੈ, ਇੱਦਾਂ ਦੀਆਂ ਗੱਲਾਂ ਨੇ ਜਿਹੜੀਆਂ ਅਸੀਂ ਵਿਚਾਰਾ ਕਰਦੇ ਹਾਂ। ਕਈ ਇਹਨਾਂ ਨੂੰ ਵੀ ਗੱਲਾਂ ਹੀ ਕਹਿੰਦੇ ਨੇ। ਜੇ ਕੋਈ 10 ਬੰਦੇ ਸੁਣਦੇ ਹੋਣ, ਦੱਸੇ ਨਹੀਂ ਕਹਿਣਗੇ ਵੀ ਭਾਈ ਸਾਹਿਬ ਜੀ ਵਿਚਾਰ ਕਰਦੇ ਨੇ, ਉਹਦੇ ਵਿੱਚੋਂ 3-2 ਇਹ ਕਹਿਣਗੇ ਇਹਦੇ ਗੱਲਾਂ ਕਰਦੇ ਨੇ, ਪਰ ਉਹ ਸਾਬਤ ਨਹੀਂ ਕਰ ਸਕਦੇ ਵੀ ਇਹ ਗੱਲਾਂ ਕਿੱਦਾਂ ਨੇ। ਇਹ ਵੀ ਗੱਲ ਹੈ, ਕਹਿ ਜ਼ਰੂਰ ਸਕਦੇ ਨੇ ਵੀ ਇਹ ਗੱਲਾਂ ਕਰਦੇ ਨੇ, ਪਰ ਸਾਬਤ ਕਰਨ ਦੀ ਉਹ ਵਿੱਚ ਲਿਆਕਤ ਨਹੀਂ, ਉਹਨੂੰ ਸਾਬਤ ਨਹੀਂ ਕਰ ਸਕਦੇ ਵੀ ਇਹ ਗੱਲਾਂ ਕਿੱਦਾਂ ਨੇ। ਗੱਲਾਂ ਕਿਹਨੂੰ ਕਹਿੰਦੇ ਨੇ ਤੇ ਵਿਚਾਰ ਕਿਹਨੂੰ ਕਹਿੰਦੇ ਨੇ, ਇਸ ਕਰਕੇ ਉਹ ਸਾਬਤ ਹੀ ਨਹੀਂ ਕਰ ਸਕਦੇ। ਕਿਉਂਕਿ ਸਾਬਤ ਉਹ ਕਰ ਸਕਦਾ ਜਿਹੜਾ ਵਿਦਵਤਾ ਵਾਲਾ ਹੋਏਗਾ, ਜਿਹਦੇ ਕੋਲ ਗਿਆਨ ਹੋਏਗਾ। ਜਿਹਦੇ ਕੋਲ ਗਿਆਨ ਨਹੀਂ ਉਹਦੇ ਸਤਸੰਗ ਜੀ ਉਹ ਤੇ ਚੁੱਪ ਕਰਕੇ ਆਪਣੀ ਬੇਇੱਜ਼ਤੀ ਕਰਾ ਕੇ ਆ ਜਾਏਗਾ। ਇਸ ਕਰਕੇ ਜਦੋਂ ਸ਼ਬਦ ਦੀ ਵਿਚਾਰ ਹੋਈ, ਭਗਤ ਜੀ ਕਹਿੰਦੇ ਸ਼ਬਦ ਪੜਿਆ ਗਿਆ ਤੇ ਕਈਆਂ ਨੇ ਕਿਹਾ ਤੇ ਗੀਤ ਤੇ ਐਵੇਂ ਹੀ ਗੱਲਾਂ ਬਾਤਾਂ ਨੇ। ਲੋਕ ਜਾਣੇ ਉਹ ਗੀਤ ਹੈ, ਪਰ ਕਹਿੰਦੇ ਅਸੀਂ ਕਿਹਾ ਇਹ ਬ੍ਰਹਮ ਵਿਚਾਰ ਏ, ਇਹ ਰੱਬ ਦੀਆਂ ਵਿਚਾਰਾਂ ਨੇ, ਇਹ ਰੱਬ ਦੀਆਂ ਗੱਲਾਂ ਨੇ, ਰੱਬ ਦੀਆਂ ਕਹਾਣੀਆਂ ਹਨ। ਇਹ ਉਹਨਾਂ ਨੂੰ ਸਮਝ ਨਹੀਂ ਆ ਸਕਦੀਆਂ ਜਿਨ੍ਹਾਂ ਦਾ ਇਹ ਵਿਸ਼ਾ ਨਹੀਂ ਹੈ, ਜਿਨ੍ਹਾਂ ਨੇ ਇਸ ਪਾਸੇ ਕਦੀ ਕਦਮ ਨਹੀਂ ਰੱਖਿਆ। ਉਹਨਾਂ ਨੂੰ ਇਸ ਚੀਜ਼ ਬਾਰੇ ਬਿਲਕੁਲ ਕੋਈ ਵੀ ਇਲਮ ਨਹੀਂ ਹੈ, ਮਤਲਬ ਗਿਆਨ ਨਹੀਂ। ਇਸ ਕਰਕੇ ਉਹ ਕਹਿਣਗੇ ਇਹ ਨਹੀਂ ਠੀਕ, ਇਹ ਨਹੀਂ ਠੀਕ। ਜਿਵੇਂ ਪੰਜਾਬੀ ਲੋਕ ਕਹਿੰਦੇ ਆ ਨਾ, ਮੈਂ ਕੋਈ ਮੁਹਾਵਰਾ ਪੜ੍ਹਦਾ ਹੁੰਦਾ, ਕਈ ਕਹਿੰਦੇ ਨੇ ਵੀ ਇਹ ਕੀ ਪੜ੍ਹ ਦਿੱਤਾ, ਵੀ ਕਿਸੇ ਨੂੰ ਨੱਚਣਾ ਨਹੀਂ ਆਉਂਦੇ ਤੇ ਕਿਹੜੇ ਕਹੇ ਵੀ ਆਂਗਨ ਟੇਢਾ ਜਾਂ ਵਿਹੜਾ ਨਹੀਂ ਠੀਕ, ਉੱਚਾ ਨਹੀਂ। ਜਾਂ ਇੰਝ ਵੀ ਕਹਿ ਸਕਦੇ ਹਾਂ, ਕਹਾਵਤ ਹੈ, ਮੁਹਾਵਰੇ ਨੇ, ਹਾਥ ਨਾ ਆਪਣੇ ਧੋ ਕੌੜੀ, ਜਿਹਦਾ ਵਸ ਨਹੀਂ ਚੱਲਦਾ ਆਪ ਨਾ ਦੇ ਚੁਰੂ ਭਰ ਪਾਣੀ ਤਹਿ ਨਿੰਦੇ ਜੇ ਗੰਗਾ ਨੂੰ। ਆਪ ਕੁਝ ਕਰ ਨਾ ਸਕਣਾ, ਆਪ ਨੂੰ ਕੁਝ ਪਤਾ ਨਾ ਹੋਣਾ, ਪਰ ਜਿਸ ਨੂੰ ਪਤਾ ਹੋਵੇ ਕਹਿਣਾ ਵੀ ਇਹ ਗਲਤ ਹੈ, ਇਹ ਤੇ ਗੱਲਾਂ ਕਰਦਾ, ਇਹ ਤੇ ਗੀਤ ਗਾਉਂਦਾ। ਭਗਤ ਕਬੀਰ ਜੀ ਕਹਿੰਦੇ ਲੋਕ ਇਸੇ ਤਰ੍ਹਾਂ ਹੀ ਮੈਨੂੰ ਕਹਿੰਦੇ, ਲੋਕ ਜਾਣੇ ਇਹ ਗੀਤ ਹੈ, ਪਰ ਪਿਆਰਿਓ ਇਹ ਤੋਂ ਬ੍ਰਹਮ ਵਿਚਾਰ, ਇਹ ਤੇ ਬ੍ਰਹਮ ਦਾ ਵਿਚਾਰ ਹੈ। ਮਤਲਬ ਪ੍ਰਮਾਤਮਾ ਦਾ ਇਹ ਐਸਾ ਗੀਤ ਹੈ ਜਿਹੜਾ ਅਮਰ ਕਰ ਦਿੰਦਾ। ਜੋ ਕਾਂਸੀ ਉਪਦੇਸ਼ ਹੋਏ ਮਾਨਸ ਵਰਤੀ ਵਾਰ। ਕਹਿੰਦੇ ਕਾਂਚੀ ਵਿੱਚ ਕਹਿੰਦੇ ਨੇ ਮਰਨ ਵਾਲੇ ਨੂੰ ਕਹਿੰਦੇ ਨੇ ਵੀ ਸ਼ਿਵ ਜੀ ਜਿਹੜਾ ਉਹ ਮੁਕਤੀ ਦਿੰਦਾ, ਉਸ ਨੂੰ ਮੁਕਤੀ ਮਿਲਦੀ ਹੈ ਸ਼ਮਸ਼ਾਨ ਘਾਟ ਦੇ ਵਿੱਚ, ਉਸ ਨੂੰ ਇਹ ਮਤਲਬ ਮੁਕਤੀ ਵੱਲ ਲਿਜਾਇਆ ਜਾਂਦਾ। ਜੋ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਖਿਆਲ ਕੀਤਾ ਜਾਂਦਾ ਹੈ ਵੀ ਕਾਂਚੀ ਦੇ ਵਿੱਚ ਜਿਹੜਾ ਕੋਈ ਭਗਤ ਹੈ, ਨਾਮ ਨਾਲ ਜੁੜਿਆ ਜਾਂ ਭਗਤ ਬੰਦਗੀ ਕਰਦਾ, ਕੀਰਤਨ ਕਰਦਾ, ਭਜਨ ਕਰਦਾ, ਉਹ ਮਰਨ ਪਿੱਛੋਂ ਉਹਦੀ ਮੁਕਤੀ ਹੁੰਦੀ ਹੈ। ਪਰ ਭਗਤ ਜੀ ਕਹਿੰਦੇ ਨੇ ਵੀ ਪਰਮੇਸ਼ਰ ਦਾ ਨਾਮ ਤੇ ਜਿਉਂਦੇ ਜੀ ਮੁਕਤ ਕਰ ਦਿੰਦਾ।
ਜੋ ਕਾਸੀ ਉਪਦੇਸ਼ ਹੋਏ ਮਾਨ ਸਮਰਤੀ ਵਾਰ, ਮਰਨ ਵੇਲੇ ਨਹੀਂ, ਕੇਵਲ ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਵੀ ਇਹ ਚੀਜ਼ ਮਿਲ ਜਾਂਦੀ। ਕੋਈ ਗਾਵੇ ਕੋ ਸੁਣੇ ਹਰਨਾਮਾ ਚਿਤ ਲਾਏ। ਸੋ ਪ੍ਰੇਮ ਦੀਆਂ ਜਿਹੜੀਆਂ ਬਾਤਾਂ ਨੇ, ਪ੍ਰੇਮ ਦੀਆਂ ਜਿਹੜੀਆਂ ਗੱਲਾਂ ਨੇ, ਮਹਾਰਾਜ ਜੀ ਕਹਿੰਦੇ ਇਹ ਜੋ ਗਾਉਂਦੇ ਹਨ ਉਹ ਵਿਰਲੇ ਵਿਰਲੇ ਗਾਉਂਦੇ ਹਨ, ਵਿਰਲੇ ਵਿਰਲੇ ਸੁਣਦੇ ਹਨ। ਜਗ ਮੈਂ ਉਤੋਂ ਕੱਢੀਏ ਵਿਰਲੇ ਕਹੀ ਕੇ, ਕੋਈ ਗਾਵੇ ਕੋ ਸੁਣੇ ਹਰਨਾਮ ਚਿਤ ਲਾਏ। ਰਾਮ ਦੇ ਨਾਮ ਦੇ ਨਾਲ ਚਿਤ ਵਿਰਲੇ ਵਿਰਲੇ ਲਾਉਂਦੇ ਨੇ, ਲਾਉਣਗੇ ਹੀ ਵਿਰਲੇ ਵਿਰਲੇ, ਕਿਉਂਕਿ ਸੱਚ ਦੇ ਪੁਜਾਰੀਆਂ ਦੀ, ਸੱਚ ਸੁਣਨ ਵਾਲਿਆਂ ਦੀ, ਸੱਚ ਕਮਾਉਣ ਵਾਲਿਆਂ ਦੀ ਕਦੀ ਵੀ ਭੀੜ ਨਹੀਂ ਹੁੰਦੀ। ਮਹਿੰਗੀ ਚੀਜ਼ ਜਿਹੜੀ ਹੈ ਉਹਦੀ ਕੋਈ ਮਾਰਕੀਟ ਵਿੱਚ ਬਹੁਤੀ ਜ਼ਿਆਦਾ ਜਿਹੜੀ ਹੈ ਉਹ ਢੇਰ ਨਹੀਂ ਲੱਗੇ ਹੁੰਦੇ। ਸੁਨਿਆਰੇ ਦੀ ਦੁਕਾਨ ਜਿਹੜੀ ਬਾਜ਼ਾਰ ਵਿੱਚ ਵਿਰਲੀਆਂ ਵਿਰਲੀਆਂ ਹੁੰਦੀਆਂ ਹਨ, ਭਾਵੇਂ ਕਿਤੇ ਬਾਜ਼ਾਰ ਵੀ ਹੋਣਗੇ, ਪਰ ਉੱਥੇ ਜਾਂਦੇ ਉਹੀ ਨੇ ਜਿਹਦੇ ਬੋਝੇ ਵਿੱਚ, ਜਿਹਦੇ ਖੀਸੇ ਵਿੱਚ, ਪਾਕਟ ਵਿੱਚ ਪੈਸੇ ਹੋਣਗੇ। ਸੋ ਕੋਈ ਗਾਵੇ ਕੋ ਸੁਣੇ ਹਰਨਾਮਾ ਚਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹਦੇ ਵਿੱਚ ਕੋਈ ਭੁਲੇਖਾ ਨਹੀਂ। ਜਿਹੜਾ ਪਰਮ ਪਿਤਾ ਪ੍ਰਮਾਤਮਾ ਦੇ ਨਾਲ ਜੁੜੇਗਾ ਉਹਨੂੰ ਮੁਕਤੀ, ਉਹਨੂੰ ਆਤਮਕ ਅਵਸਥਾ, ਉਹਨੂੰ ਉੱਚੀ ਆਤਮਕ ਅਵਸਥਾ, ਉਹਨੂੰ ਉੱਚਾ ਸੁੱਚਾ ਜੀਵਨ ਜ਼ਰੂਰ ਪ੍ਰਾਪਤ ਹੁੰਦਾ ਹੈ। ਕਹੋ ਕਬੀਰ ਸੰਸਾ ਨਹੀਂ, ਕੋਈ ਭਰਮ ਨਹੀਂ, ਕੋਈ ਸ਼ੱਕ ਨਹੀਂ, ਕੋਈ ਇਦਾਂ ਦੀ ਗੱਲ ਨਹੀਂ। ਅੰਤ ਪਰਮਗਤ ਪਾਏ। ਅੰਤ ਦਾ ਮਤਲਬ ਕੇਵਲ ਜੀਵਨ ਤੋਂ ਮੌਤ ਤੱਕ ਦਾ ਨਾ ਲੈ ਕੇ ਜਾਣਾ। ਹਾਂ, ਜੀਵਨ ਤੋਂ ਮੌਤ ਦੇ ਬਾਅਦ ਤੱਕ ਦੀ ਵੀ ਯਾਤਰਾ ਨੂੰ ਅਸੀਂ ਲੈ ਸਕਦੇ ਹਾਂ ਵੀ ਉਦੋਂ ਤੱਕ ਵੀ ਕੋਈ ਸ਼ੰਕਾ ਨਹੀਂ ਆਉਂਦਾ। ਮਤਲਬ ਸਾਨੂੰ ਉਹ ਮੰਜ਼ਿਲ ਵੱਲ ਤੋਰੀ ਰੱਖਦਾ, ਸਾਡੇ ਰਾਹਾਂ ਦੇ ਵਿੱਚੋਂ ਕੰਢੇ ਕੱਢੀ ਰੱਖਦਾ। ਉਹ ਕਾਹਦੇ ਨਾਲ? ਜਦੋਂ ਅਸੀਂ ਗੁਰਮਤਿ ਨੂੰ ਧਾਰਨ ਕਰਦੇ ਹਾਂ, ਸ਼ਬਦ ਨੂੰ ਸੁਣਦੇ ਹਾਂ, ਸ਼ਬਦ ਨੂੰ ਜਪਦੇ ਹਾਂ, ਸ਼ਬਦ ਦੀ ਵਿਚਾਰ ਕਰਦੇ ਹਾਂ, ਸਾਰਾ ਕੁਝ ਆਪਣੇ ਆਪ ਮਿਲਦਾ, ਆਪਣੇ ਆਪ ਮਿਲਦਾ। ਦੇਖੋ ਅਸੀਂ ਵੱਡੇ ਹੋਏ ਨਾ, ਅਸੀਂ ਕਿੰਨੀਆਂ ਗੱਲਾਂ ਕਰਦੇ ਹਾਂ, ਇੱਕ ਦਿਨ 'ਚ ਦੜੋ ਆ ਗਈਆਂ ਨੇ, ਔਰ ਅਸੀਂ ਦੱਸ ਨਹੀਂ ਸਕਦੇ ਅਸੀਂ ਕਿੱਥੋਂ ਕਿੱਥੋਂ ਇਹ ਸਿੱਖਿਆ ਹੋਣਗੀਆਂ। ਪਤਾ ਨਹੀਂ ਕਿੱਥੋਂ ਸੁਣਿਆ, ਕਿੱਥੋਂ ਪੜ੍ਹਿਆ, ਕਿਹਨੂੰ ਵਾਚ ਕੀਤਾ, ਕਿਹਨੂੰ ਫੋਲੋ ਕੀਤਾ। ਅਸੀਂ ਕਈ ਕੁਛ ਇੰਨਾ ਕੁਛ ਸਿੱਖ ਗਏ ਹਾਂ, ਕਿਸੇ ਨੂੰ ਗੱਲ ਕਰ ਨਹੀਂ ਦਿੰਦੇ। ਤੇ ਜਿਸ ਦਿਨ ਪਹਿਲਾ ਦਿਨ ਸੀ ਉਸ ਦਿਨ ਕੁਝ ਵੀ ਨਹੀਂ ਸੀ। ਇਸ ਕਰਕੇ ਇਹ ਚੀਜ਼ ਜਿਹੜੀ ਹੈ ਜਿਹਨੂੰ ਆਤਮਿਕ ਅਵਸਥਾ ਕਹਿੰਦੇ ਨੇ, ਇਹ ਵੀ ਹੌਲੀ ਹੌਲੀ ਬਣ ਜਾਂਦੀ ਹੈ। ਤੁਰਿਆ ਰਹੇ ਇਨਸਾਨ ਤੇ ਜ਼ਰੂਰ ਪਹੁੰਚੇਗਾ, ਜਿਹੜਾ ਤੁਰਿਆ ਨਹੀਂ ਕਿਧਰੇ ਵੀ ਨਹੀਂ ਪਹੁੰਚੇਗਾ। ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ। ਗੁਰੂ ਸਾਹਿਬ ਜੀ ਮਿਹਰ ਕਰਨ। ਇਹਦਾ ਭਾਵ ਅਰਥ ਮਹਾਰਾਜ ਜੀ ਸਾਡੇ ਹਿਰਦਿਆਂ ਤੇ ਸਦੀਵੀ ਵਸਾਉਣਾ, ਸਾਡੇ ਗੁਨਾਹ ਬਖਸ਼ ਲੈਣੇ, ਸਾਨੂੰ ਰਾਹ ਦਿਖਾਉਣਾ, ਔਰ ਮਹਾਰਾਜ ਜੀ ਸਰਬੱਤ ਦੇ ਪਰਿਵਾਰਾਂ ਵਿੱਚ ਖੁਸ਼ੀਆਂ, ਤੰਦਰੁਸਤੀਆਂ, ਸਭ ਦੇ ਬੱਚਿਆਂ ਨੂੰ ਦੇਸ਼ ਪ੍ਰਦੇਸ਼ ਕਾਮਯਾਬੀਆਂ, ਵਿਦਿਆ ਦੇ ਦਾਨ, ਔਰ ਆਪਣੀ ਸੇਵਾ ਸੰਭਾਲ ਚਾਉ ਦੇਣਾ ਮਹਾਰਾਜ ਜੀ, ਲਗਨ ਦੇਣੀ, ਪ੍ਰੇਮ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।